ਹੈਲੋ एवरीवन। ਹਾਂਜੀ ਰਾਜੀ ਆਪਾਂ ਚੈਪਟਰ ਸ਼ੁਰੂ ਕਰਨ ਲੱਗੇ ਆ। ਚੈਪਟਰ ਨੰਬਰ 3 ਟ੍ਰਿਗਨੋਮੈਟ੍ਰਿਕ ਫੰਕਸ਼ਨਸ। ਬਹੁਤ ਧਿਆਨ ਨਾਲ ਸਾਰੇ ਬੱਚਿਆਂ ਨੇ ਚੈਪਟਰ ਨੂੰ ਸਮਝਣਾ। ਸਭ ਤੋਂ ਪਹਿਲਾਂ ਆਪਾਂ ਟ੍ਰਿਗਨੋਮੈਟਰੀ ਵਰਡ ਦੀ ਗੱਲ ਕਰੀਏ। ਟ੍ਰਿਗਨੋਮੈਟਰੀ ਜਿਹੜਾ ਵਰਡ ਆ ਇਹ 2 ਗ੍ਰੀਕ ਵਰਡਸ ਟ੍ਰਾਈਗੋਨ ਤੇ ਮੈਟਰੋਨ ਤੋਂ ਬਣਿਆ ਹੋਇਆ। ਟ੍ਰਾਈਗੋਨ ਦਾ ਅਰਥ ਕੀ ਹੁੰਦਾ, ਮੀਨਿੰਗ ਕੀ ਹੁੰਦਾ, 3 ਸਾਈਡਸ ਆਫ ਟ੍ਰਾਇੰਗਲ। ਜਿਵੇਂ ਤੁਸੀਂ ਪੋਲੀਗਨ ਪੜ੍ਹੀ ਹੋਈ ਹੈ, ਬਹੁਭੁਜ ਹੁੰਦੀ ਹੈ, ਉਵੇਂ ਟਰਾਈ ਦਾ ਮਤਲਬ 3 ਸਾਈਡਸ ਆਫ ਟ੍ਰਾਇੰਗਲ ਤੇ ਮੈਟਰੋਨ ਦਾ ਮਤਲਬ ਟੂ ਮੈਜ਼ਰ। ਤਾਂ ਕੰਬਾਈਨਡ ਜਿਹੜਾ ਮੀਨਿੰਗ ਕੀ ਹੋ ਗਿਆ, ਟੂ ਮੈਜ਼ਰ ਦੀ ਸਾਈਡਸ ਆਫ ਟ੍ਰਾਇੰਗਲ। ਤਾਂ ਇਸ ਤੋਂ ਬਾਅਦ ਤੁਸੀਂ ਛੋਟੀਆਂ ਕਲਾਸਾਂ ਅਪ ਟੂ 10th ਜਿਹੜੀਆਂ ਆਪਣੀਆਂ ਸਾਈਨ ਥੀਟਾ, ਕੋਸ ਥੀਟਾ, ਟੈਨ ਥੀਟਾ, ਜਿਹੜੀਆਂ 6 ਟ੍ਰਿਗਨੋਮੈਟਿਕ ਰੇਸ਼ੀਓਜ਼ ਨੇ ਪੜ੍ਹ ਕੇ ਆਏ ਹੋ। ਆਪਾਂ ਰਿਵਾਈਜ਼ ਕਰ ਲੈਂਦੇ ਹਾਂ। ਜਦੋਂ ਆਪਣੇ ਕੋਲ ਆਪਾਂ ਟ੍ਰਾਇੰਗਲ ਬਣਾ ਲੈਂਦੇ ਹਾਂ ਤਾਂ ਜਿਹੜਾ ਥੀਟਾ ਦੇ ਆਪੋਜ਼ਿਟ ਕੀ ਹੁੰਦਾ, ਸਾਡਾ ਪਰਪੈਂਡੀਕੂਲਰ। ਆ ਹਾਈਪੋਟਨਿਊਜ਼, ਆ ਕੀ ਹੁੰਦਾ, ਬੇਸ। ਜਿਹੜੇ ਬੱਚੇ ਪੰਜਾਬੀ ਮੀਡੀਅਮ ਤੋਂ ਆਏ ਆ ਸੁਣ ਲੈਣ। ਆ ਆਪਣਾ ਲੰਬ ਹੁੰਦਾ ਜਿਹੜਾ, ਇਹਨੂੰ ਪਰਪੈਂਡੀਕੂਲਰ ਬੋਲਦੇ ਆ। ਲੰਬ ਕੀ ਆ ਤੁਹਾਡਾ, ਪਰਪੈਂਡੀਕੂਲਰ। ਜਿਹੜਾ ਤੁਹਾਡਾ ਆਧਾਰ ਆ ਉਹਨੂੰ ਬੇਸ ਬੋਲਦੇ ਆ। ਜਿਹੜਾ ਤੁਹਾਡਾ ਕਰਨ ਨੂੰ ਹੁਣ ਕੀ ਬੋਲਾਂਗੇ ਅਸੀਂ, ਐਚ, ਹਾਈਪੋਟੇਨਿਊਜ਼। ਤਾਂ ਸਾਈਨ ਥੀਟਾ ਕੀ ਹੁੰਦਾ ਰਾਜੀ ਆਪਣੇ ਕੋਲੇ, ਪਰਪੈਂਡੀਕੂਲਰ ਓਵਰ ਹਾਈਪੋਟਨਿਊਜ਼, ਜਾਣੀ ਕਿ PM ਓਵਰ OP। ਸਿਮਿਲਰਲੀ ਕੋਸ ਥੀਟਾ ਕੀ ਹੁੰਦਾ, ਬੇਸ ਓਵਰ ਹਾਈਪੋਟਨਿਊਜ਼, OM ਓਵਰ OP। ਟੈਨ ਥੀਟਾ ਕੀ ਹੁੰਦਾ, ਪਰਪੈਂਡੀਕੂਲਰ ਓਵਰ ਬੇਸ। ਕੋਸੀਕੈਂਟ ਥੀਟਾ 1/sin ਸਾਈਨ ਥੀਟਾ ਹੁੰਦਾ। ਸੀਕੈਂਟ ਥੀਟਾ 1/cos ਕੋਸ ਥੀਟਾ ਹੁੰਦਾ। ਕੌਟ ਥੀਟਾ 1/tan ਟੈਨ ਥੀਟਾ। ਇਹ ਤੁਸੀਂ ਜਿਹੜਾ ਕੰਮ ਆ ਇਹ ਸਾਰਾ ਤੁਸੀਂ ਅਪ ਟੂ 10th ਪੜ੍ਹ ਕੇ ਆਏ ਹੋ, ਠੀਕ ਹੈ। ਆਪਾਂ ਮੈਂ ਜਸਟ ਨੂੰ ਰਿਵਾਈਜ਼ ਕਰਵਾ ਰਹੀ ਹਾਂ। ਤਾਂ ਉਸ ਤੋਂ ਬਾਅਦ ਤੁਸੀਂ ਆ 3 ਇੰਪੋਰਟੈਂਟ ਆਈਡੈਂਟੀਟੀਜ਼ ਪੜ੍ਹ ਕੇ ਆਏ ਹੋ। 1 sin ਸਕੁਏਅਰ ਥੀਟਾ ਪਲੱਸ ਕੋਸ ਸਕੁਏਅਰ ਥੀਟਾ ਇਕੁਅਲ ਟੂ 1, 1 + tan ਸਕੁਏਅਰ ਥੀਟਾ ਇਕੁਅਲ ਟੂ ਸੀਕੈਂਟ ਸਕੁਏਅਰ ਥੀਟਾ, 1 + cot ਸਕੁਏਅਰ ਥੀਟਾ ਇਕੁਅਲ ਟੂ ਕੋਸੀਕੈਂਟ ਸਕੁਏਅਰ ਥੀਟਾ। ਇਹ ਤਿੰਨੋਂ ਆਇਡੈਂਟੀਟੀਆਂ ਤੁਸੀਂ 10th 'ਤੇ ਪੜ੍ਹੀਆਂ ਵੀ ਆ ਚੈਪਟਰ ਦੇ ਵਿੱਚ। ਤੁਸੀਂ ਇਹਨਾਂ ਨੂੰ ਸੋਲਵ ਕਰਕੇ ਕੁਐਸਚਨ ਵੀ ਯੂਜ਼ ਕਰਕੇ ਕੁਐਸਚਨ ਵੀ ਸੋਲਵ ਕੀਤੇ ਆ। ਉਸ ਤੋਂ ਬਾਅਦ ਜੇ ਆਪਾਂ ਐਂਗਲ ਬਾਰੇ ਪੜ੍ਹਦੇ ਹਾਂ। ਹੁਣ ਐਂਗਲ ਕੀ ਆ, ਕਹਿੰਦੇ ਮੇਜਰ ਆਫ ਰੋਟੇਸ਼ਨ ਆਫ ਗਿਵਨ ਰੇ ਅਬਾਊਟ ਇਟਸ ਇਨੀਸ਼ੀਅਲ ਪੁਆਇੰਟ। ਆਪਣੇ ਕੋਲ ਕੋਈ ਰੇ ਆ, ਉਹਦੀ ਇਨੀਸ਼ੀਅਲ ਸਾਈਡ ਇਹ ਆ, ਉਹ ਇਹਦਾ ਵਰਟਿਕਸ ਆ। ਤਾਂ ਕਿਸੇ ਟਾਈਮ 'ਤੇ ਰੇ ਆਪਣੀ ਜਦੋਂ ਰਿਵੋਲਵ ਕੀਤੀ ਇੱਥੇ ਪਹੁੰਚ ਗਈ, ਠੀਕ ਆ। ਉਹ ਵੀ ਉਹਦੀ ਟਰਮੀਨਲ ਸਾਈਡ ਆ। ਤਾਂ ਜਿਹੜੀ ਆ ਰਿਵੈਲੂਏਸ਼ਨ ਆ ਇਹਨੂੰ ਅਸੀਂ ਕੀ ਬੋਲਦੇ ਹਾਂ, ਥੀਟਾ। ਤਾਂ ਦੇਖੋ ਰਾਜੀ, ਜਦੋਂ ਅਸੀਂ ਇਹਨੂੰ ਰਿਵੈਲੂਏਸ਼ਨ ਕੀਤੀ ਆ ਤਾਂ ਅਸੀਂ ਐਂਟੀ ਕਲੋਕਵਾਈਜ਼ ਚੱਲੇ ਆ। ਕਲੋਕ ਦੀ ਐਂਟੀ ਦਿਸ਼ਾ ਵਿੱਚ ਚੱਲੇ ਆ, ਇਹਨੂੰ ਬੋਲਦੇ ਆ ਐਂਟੀ ਕਲੋਕਵਾਈਜ਼। ਜਦੋਂ ਤੁਸੀਂ ਐਂਟੀ ਕਲੋਕਵਾਈਜ਼ ਚੱਲਣਾ ਤਾਂ ਐਂਗਲ ਨੂੰ ਪੋਜ਼ੀਟਿਵ ਲਿਖਣਾ। ਐਂਗਲ ਪੋਜ਼ੀਟਿਵ ਕਦੋਂ ਹੁੰਦਾ, ਜਦੋਂ ਸਾਡਾ ਐਂਟੀ ਕਲੋਕਵਾਈਜ਼ ਐਂਗਲ ਬਣੂਗਾ, ਥੀਟਾ, ਠੀਕ ਹੈ। ਐਂਗਲ AOB ਥੀਟਾ ਤੁਸੀਂ ਵੀ ਪਤਾ ਹੀ ਹੈ ਤੁਹਾਨੂੰ, ਥੀਟਾ THE ਤਾਂ ਠੀਕ ਆ। ਇਨੀਸ਼ੀਅਲ ਟੂ ਟਰਮੀਨਲ, ਜਦੋਂ ਤੁਸੀਂ ਐਂਟੀ ਕਲੋਕਵਾਈਜ਼ ਚੱਲੋਗੇ ਤਾਂ ਤੁਹਾਡਾ ਐਂਗਲ ਤੁਸੀਂ ਕੀ ਲੈਣਾ, ਪੋਜ਼ੀਟਿਵ ਲੈਣਾ। ਅੱਗੇ ਜੇ ਸਾਡੇ ਕੋਲੇ ਆ ਮੇਰੀ ਇਨੀਸ਼ੀਅਲ ਸਾਈਡ ਆ, ਠੀਕ ਆ, ਇਨੀਸ਼ੀਅਲ ਸਾਈਡ ਆ, ਇਹ ਮੇਰੀ ਕਿਹੜੀ ਆ, ਟਰਮੀਨਲ ਸਾਈਡ। ਅਤੇ ਜੇ ਮੈਂ ਇਨੀਸ਼ੀਅਲ ਟੂ ਜਿਹੜੀ ਸਾਈਡ ਆ ਉਹ ਤੋਂ ਮੈਂ ਕਲੋਕਵਾਈਜ਼ ਚੱਲਾਂ। ਜੇ ਕਲੋਕਵਾਈਜ਼ ਇੱਥੇ ਪਹੁੰਚ ਗਏ, ਹੁਣ ਆਹ ਐਂਗਲ ਅਸੀਂ ਕਲੋਕਵਾਈਜ਼ ਚੱਲੇ ਆ, ਹੁਣ ਇਹ ਥੀਟਾ ਜਿਹੜਾ ਇਹ ਮਾਈਨਸ ਹੋਊਗਾ, ਜਾਣੀ ਕਿ ਨੈਗੇਟਿਵ ਹੋਊਗਾ। ਇਹ ਤੁਸੀਂ ਯਾਦ ਰੱਖਣੀ ਆ। ਕਲੋਕਵਾਈਜ਼ ਨੈਗੇਟਿਵ, ਐਂਟੀ ਕਲੋਕਵਾਈਜ਼ ਪੋਜ਼ੀਟਿਵ। ਇੰਨੀ ਗੱਲ ਕਲੀਅਰ ਹੋ ਗਈ ਸਾਰੇ ਬੱਚਿਆਂ ਨੂੰ। ਹਾਂਜੀ, 360 ਡਿਗਰੀ ਐਂਗਲ ਕਦੋਂ ਬਣਦਾ, ਜਦੋਂ ਆਪਾਂ ਸਾਰੀ ਰੇ ਆ ਜਿਹੜੀ ਤੁਹਾਡੀ ਪੂਰਾ ਇੱਕ ਚੱਕਰ ਕੰਪਲੀਟ ਕਰਕੇ ਫਿਰ ਉੱਥੇ ਪਹੁੰਚ ਜਾਂਦੀ ਆ, ਤਾਂ ਤੁਹਾਡਾ ਕਿਹੜਾ ਐਂਗਲ ਕੰਪਲੀਟ ਹੋ ਜਾਂਦਾ, 360 ਡਿਗਰੀ। ਪੂਰਾ ਇੱਕ ਚੱਕਰ ਕੰਪਲੀਟ ਹੋ ਜਾਂਦਾ ਤਾਂ 360 ਡਿਗਰੀ ਬੋਲਦੇ ਆ। ਜੇ ਆਪਾਂ ਕਿਹੜੇ ਚੱਲਾਂਗੇ ਸਾਈਡ ਡਾਇਰੈਕਸ਼ਨ 'ਚ, ਐਂਟੀ ਕਲੋਕਵਾਈਜ਼। ਜੇ ਅਸੀਂ ਹੁਣ ਕਲੋਕਵਾਈਜ਼ ਚੱਲਾਂਗੇ ਅਸੀਂ ਇਹਨੂੰ -360 ਡਿਗਰੀ ਕਹਿ ਦਾਂਗੇ। ਇੰਨੀ ਗੱਲ ਸਮਝਦੇ ਹੋ ਸਾਰੇ ਬੱਚੇ। ਤਾਂ ਇਹ ਤੁਹਾਡੇ ਕੋਲ ਅਜੇ ਹੈਗਾ, ਇਹ 360 ਡਿਗਰੀ ਹੋ ਗਿਆ। ਇਹ ਐਂਗਲ ਕਿਹੜਾ ਹੋਊਗਾ, ਇੱਥੇ ਤੱਕ ਪਹੁੰਚੇ ਆ 180 ਡਿਗਰੀ। ਇਹ ਐਂਗਲ ਕਿੰਨਾ ਹੋ ਜਾਊਗਾ, 180 'ਚ 90 ਐਡ ਕਰ ਦਿਓ, 270 ਇਹ ਹੋ ਗਿਆ। ਅਤੇ ਇਹ ਐਂਗਲ ਕਿਹੜਾ ਬਣ ਗਿਆ, 420 ਡਿਗਰੀ। ਪਹਿਲਾਂ ਅਸੀਂ ਕੀ ਕੀਤਾ, ਇੱਕ ਰਿਵੈਲੂਏਸ਼ਨ ਪੂਰੀ ਕੰਪਲੀਟ ਕੀਤੀ ਆ 360 ਤੱਕ, ਫਿਰ 60 ਵਿੱਚ ਹੋਰ ਐਡ ਕੀਤਾ ਅਤੇ 420 ਡਿਗਰੀ ਐਂਗਲ ਬਣ ਗਿਆ, ਠੀਕ ਆ। ਤਾਂ ਇਸ ਤੋਂ ਬਾਅਦ ਆਪਾਂ ਕਰਾਂਗੇ ਐਂਗਲ ਨੂੰ ਮੇਜਰ ਕਰਨ ਦੇ ਰਾਜੇ, ਆਪਾਂ ਪੜ੍ਹਾਂਗੇ ਕਿਹੜੇ ਕਿਹੜੇ ਮੇਜਰ ਨੇ। ਡਿਗਰੀ ਮੇਜਰ ਹੁੰਦਾ, ਇੱਕ ਰੇਡੀਅਨ ਹੁੰਦਾ। ਡਿਗਰੀ ਮੇਜਰ ਤੁਸੀਂ ਦੇਖੋ ਪੜ੍ਹ ਕੇ ਆਏ ਹੋ, ਜਦੋਂ ਆਪਾਂ ਇੱਕ ਚੱਕਰ ਕੰਪਲੀਟ ਸਰਕਲ ਹੋ ਜਾਂਦਾ ਤਾਂ ਸਾਡੇ ਕੋਲ 360 ਡਿਗਰੀ ਐਂਗਲ ਬਣ ਜਾਂਦਾ। ਤਾਂ ਇਫ ਕਹਿੰਦੇ ਰੋਟੇਸ਼ਨ ਫਰੋਮ ਇਨੀਸ਼ੀਅਲ ਸਾਈਡ ਟੂ ਟਰਮੀਨਲ ਸਾਈਡ ਇਜ਼, ਜੇ ਹੁਣ ਅਸੀਂ ਜਿਹੜਾ ਪੂਰਾ 360 ਡਿਗਰੀ ਦਾ ਐਂਗਲ ਆ ਉਹਦਾ 1/360ਵਾਂ ਹਿੱਸਾ ਲੈ ਲਈਏ ਤਾਂ ਜਿਹੜੀ ਉਹ ਸਾਡੇ ਕੋਲ ਬਚਦਾ ਇੱਕ, ਉਹਨੂੰ ਅਸੀਂ 1 ਡਿਗਰੀ ਬੋਲਦੇ ਹਾਂ। 1 ਡਿਗਰੀ ਕੀ ਹੁੰਦੀ ਆ, ਜਿਹੜਾ 360 ਡਿਗਰੀ ਆ ਉਹਦਾ 1 ਕਰ ਦਈਏ ਜੇ 1/360th ਆਫ ਰਿਵੈਲੂਏਸ਼ਨ, ਤਾਂ ਉਹਨੂੰ ਅਸੀਂ ਕੀ ਬੋਲਦੇ ਹਾਂ, 1 ਡਿਗਰੀ। 1 ਡਿਗਰੀ ਦੇ ਵਿੱਚ ਰਾਜੀ ਅੱਗੇ ਸੁਣੋ 60 ਮਿੰਟ ਹੁੰਦੇ ਆ। 60 ਦੇ ਉੱਪਰ 1 ਡੈਸ਼ ਲਗਾ ਦੇਣੀ ਆ। 1 ਮਿੰਟ ਦੇ ਵਿੱਚ ਅੱਗੇ 60 ਸੈਕਿੰਡ ਹੁੰਦੇ ਆ। 60 ਦੇ ਉੱਪਰ 2, 1 ਮਿੰਟ ਲਈ ਲਿਖਦੇ ਹਾਂ ਅਸੀਂ। ਜਦੋਂ 2 ਲਗਾਤਾ, ਆਹ 60 ਸੈਕਿੰਡ ਹੋ ਗਏ, ਠੀਕ ਆ। 1 ਡਿਗਰੀ 'ਚ 60,
ਮਿੰਟ, 1 ਮਿੰਟ 'ਚ 60 ਸੈਕਿੰਡ। ਇੰਨੀ ਗੱਲ ਕਲੀਅਰ ਆ। ਜੇ ਤੁਹਾਨੂੰ ਨਹੀਂ ਵੀ ਪਤਾ ਲੱਗ ਰਿਹਾ ਕੋਈ ਚੱਕਰ ਨਹੀਂ, ਤਾਂ ਕੀ ਹੁੰਦਾ ਆਪਣੇ ਕੋਲ, ਬਸ ਇੰਨਾ ਯਾਦ ਰੱਖ ਲਓ, ਆਹ ਵਾਲਾ ਜਿਹੜਾ ਹੈਗਾ ਆਪਣਾ 1 ਡਿਗਰੀ ਦੇ ਵਿੱਚ 60 ਮਿੰਟ ਹੁੰਦੇ ਆ, 1 ਮਿੰਟ 'ਚ 60 ਸੈਕਿੰਡ ਹੁੰਦੇ ਆ। ਇਸ ਤੋਂ ਬਾਅਦ ਰਾਜੀ ਇੱਕ ਤਾਂ ਡਿਗਰੀ ਹੁੰਦੀ ਆ, ਇੱਕ ਹੁੰਦਾ ਰੇਡੀਅਨ ਮੇਜਰ। ਰੇਡੀਅਨ ਮੇਜਰ ਦੇ ਲਈ ਆਪਾਂ ਕੀ ਕਰਦੇ ਹਾਂ, ਇੱਕ ਸਰਕਲ ਬਣਾ ਲਿਆ, ਸਰਕਲ ਦੇ ਵਿੱਚ ਇੱਕ ਮੈਂ ਲੈ ਲਿਆ ਉਹਦਾ ਰੇਡੀਅਸ ਕਿੰਨਾ ਲੈ ਲਿਆ, ਆਰ ਲੈ ਲਿਆ, ਤਾਂ ਮੈਂ ਇੱਕ ਉਹਦੀ ਆਰਕ ਲੈ ਲਈ ਏ ਬੀ, ਜਿਹਨੂੰ ਚਾਪ ਬੋਲਦੇ ਆ, ਉਹਦੀ ਲੈਂਥ ਵੀ ਕਿੰਨੀ ਲਈ ਆ, ਆਰ ਲਈ ਆ। ਹੁਣ ਇੱਕ ਜਿਹੜਾ ਇੱਥੇ ਐਂਗਲ ਬਣਦਾ ਰਾਜੀ, ਇਹਨੂੰ ਅਸੀਂ ਇੱਕ ਰੇਡੀਅਨ ਬੋਲਦੇ ਆ। 1 ਰੇਡੀਅਨ ਕੀ ਆ, ਐਨ ਐਂਗਲ ਮੇਡ ਬਾਏ ਐਨ ਆਰਕ ਆਫ ਸਰਕਲ ਐਟ ਸੈਂਟਰ ਆਫ ਸਰਕਲ whose length is equal to radius of circle। ਜਿੰਨਾ ਇਹ ਰੇਡੀਅਸ ਆ ਉਨੀ ਸਾਡੀ ਆਰਕ ਆ, ਤਾਂ ਜਿਹੜਾ ਇੱਥੇ ਐਂਗਲ ਬਣਦਾ ਉਹਨੂੰ ਕੀ ਬੋਲਦੇ ਆ ਅਸੀਂ, 1 ਰੇਡੀਅਨ। ਠੀਕ ਆ। ਤੇ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ, ਹੁਣ ਅਸੀਂ ਦੇਖਾਂਗੇ ਰਾਜੀ ਰੇਡੀਅਨ ਦਾ ਅੱਗੇ ਦੇਖੋ ਸਰਕਲ ਬਣਿਆ ਹੋਇਆ, ਸਰਕਲ ਦੇ ਵਿੱਚ ਅਸੀਂ ਪੜ੍ਹ ਲਿਆ ਇੱਥੇ ਆਰ ਆ ਵੀ ਲੈਂਥ ਆਰ ਆ, ਤਾਂ ਇੱਕ ਰੇਡੀਅਨ ਹੋ ਗਿਆ। ਅੱਛਾ ਰਾਜੀ ਸਰਕਮਫਰੈਂਸ ਆਫ ਸਰਕਲ 2 ਪਾਈ ਆਰ, ਆ ਸਾਰਾ ਕਿੰਨਾ ਵਾ ਸਰਕਮਫਰੈਂਸ 2 ਪਾਈ ਆਰ। ਅੱਛਾ ਹੁਣ ਇਸ ਤੋਂ ਬਾਅਦ ਦੇਖੋ, ਜੇ ਕਹਿੰਦੇ ਆਰਕ ਦੀ ਲੈਂਥ ਆਰ ਆ, ਤਾਂ ਉਹ ਸੈਂਟਰ 'ਤੇ ਐਂਗਲ ਕਿੰਨਾ ਬਣਾਉਂਦੀ ਆ, ਆਰਕ ਆਫ ਲੈਂਥ ਆਰ ਦੈਨ ਐਂਗਲ ਐਟ ਸੈਂਟਰ ਕਿੰਨਾ ਬਣਦਾ, 1 ਰੇਡੀਅਨ ਬਣਦਾ, ਅਸੀਂ ਪੜ੍ਹ ਲਿਆ। ਠੀਕ ਆ। ਜੇ 1 ਹੋਊਗੀ ਲੈਂਥ ਤਾਂ 1/r ਕਰ ਦਿਓ। ਹੁਣ ਜੇ ਇਹ ਸਾਰਾ ਚੱਕਰ ਹੋ ਜਾਊਗਾ, ਸਾਰੀ ਆਰਕ ਹੋ ਜਾਊਗੀ, ਸਾਰੀ ਆਰਕ ਦੀ ਲੈਂਥ ਕਿੰਨੀ ਆ, 2 ਪਾਈ ਆਰ, 2 ਪਾਈ ਆਰ ਨਾਲ ਮਲਟੀਪਲਾਈ ਕਰ ਦਿਓ, ਕਿੰਨਾ ਆ ਗਿਆ 2 ਪਾਈ ਰੇਡੀਅਨਸ। ਦੇਖੋ ਜਿਹੜੀ ਆਹ ਇੰਨੀ ਕੁ ਆਰਕ ਆ, ਇਹ ਤਾਂ ਬਣਾਉਂਦੀ ਆ 1 ਰੇਡੀਅਨ। ਠੀਕ ਆ। ਜੇ ਸਾਰਾ ਚੱਕਰ ਆਪਾਂ ਦੇਖ ਲਿਆ ਤਾਂ ਉਹ ਇੱਥੇ ਐਂਗਲ ਕਿੰਨਾ ਬਣਦਾ, 2 ਪਾਈ ਰੇਡੀਅਨਸ। ਜਦੋਂ ਸਰਕਲ ਪੂਰਾ ਰਿਵੈਲੂਏਸ਼ਨ ਕਰਦਾ ਹੈ ਤਾਂ ਐਂਗਲ 2 ਪਾਈ ਰੇਡੀਅਨਸ ਬਣਦਾ ਹੈ। ਬਟ ਡਿਗਰੀ ਦੇ ਵਿੱਚ ਸਾਨੂੰ ਪਤਾ ਵੀ ਜਦੋਂ ਸਰਕਲ ਪੂਰਾ ਚੱਕਰ ਕੰਪਲੀਟ ਕਰ ਲੈਂਦਾ, ਡਿਗਰੀ 'ਚ ਅਸੀਂ ਕਿੰਨਾ ਸਰਕਲ ਬੋਲਦੇ ਹਾਂ, ਉਹਨੂੰ ਕਿੰਨਾ ਐਂਗਲ ਬੋਲਦੇ ਹਾਂ, 360 ਡਿਗਰੀ। ਇਹਦਾ ਮਤਲਬ 360 ਜਿਹੜਾ ਡਿਗਰੀ ਆ ਉਹ ਕਿਹਦੇ ਬਰਾਬਰ ਹੋਊਗਾ, 2 ਪਾਈ ਰੇਡੀਅਨਸ। ਇੱਥੇ ਅਸੀਂ ਰੇਡੀਅਨ 'ਚ ਪੜ੍ਹ ਲਿਆ, ਰੇਡੀਅਨ 'ਚ ਜਦੋਂ ਇੱਕ ਚੱਕਰ ਕੰਪਲੀਟ ਹੁੰਦਾ ਤਾਂ ਉਹਨੂੰ ਐਂਗਲ ਕਿੰਨਾ ਬਣਦਾ, 2 ਪਾਈ ਰੇਡੀਅਨਸ। ਅਤੇ ਡਿਗਰੀ 'ਚ ਅਸੀਂ ਉਸੇ ਗੱਲ ਨੂੰ ਕਿੰਨਾ ਬੋਲਦੇ ਹਾਂ, 360 ਡਿਗਰੀ। ਤਾਂ ਇਹਦਾ ਮਤਲਬ 2 ਪਾਈ ਰੇਡੀਅਨਸ ਕਾਹਦੇ ਬਰਾਬਰ ਆ, 360 ਡਿਗਰੀ ਦੇ। ਤਾਂ ਤੁਸੀਂ 2 ਨਾਲ ਡਿਵਾਈਡ ਕਰ ਦਿਓ, ਪਾਈ ਰੇਡੀਅਨਸ 180 ਡਿਗਰੀ ਦੇ। ਇਹ ਬਹੁਤ ਇੰਪੋਰਟੈਂਟ ਆ, ਤੁਸੀਂ ਦੇਖਣਾ ਵੀ ਜਿਹੜੇ ਡਿਗਰੀ ਅਤੇ ਰੇਡੀਅਨ 'ਚ ਕੀ ਆਪਣਾ ਰਿਲੇਸ਼ਨ ਆ, ਪਾਈ ਰੇਡੀਅਨ ਜੇ ਹੋਣਗੇ ਤਾਂ ਉਹ 180 ਡਿਗਰੀ ਦੇ ਬਰਾਬਰ ਆ, ਇੰਨਾ ਯਾਦ ਰੱਖਣਾ। ਪਾਈ ਬਰਾਬਰ 180, ਬਸ ਤੁਸੀਂ ਇਹ ਰੱਖਣਾ, ਪਾਈ ਕਿੰਨਾ ਹੁੰਦਾ 180 ਡਿਗਰੀ। ਅਤੇ ਜੇ ਤੁਹਾਨੂੰ ਜੇ ਕਿਸੇ ਨੇ ਪੇਪਰ 'ਚ ਨਹੀਂ ਪੁੱਛਣੀ ਆਹ ਜਿਹੜੀ ਡੈਰੀਵੇਸ਼ਨ ਆ ਕਿਵੇਂ ਆਈ ਆ, ਜੇ ਤੁਹਾਨੂੰ ਆਹ ਵਾਲੀ ਨਹੀਂ ਵੀ ਸਮਝ ਲੱਗਦੀ ਉਹਨੂੰ ਸਕਿੱਪ ਕਰ ਦਿਓ, ਤੁਸੀਂ ਸਿੱਧਾ ਇਸ ਰਿਜ਼ਲਟ 'ਤੇ ਆ ਜਾਓ। 2 ਪਾਈ ਰੇਡੀਅਨ 360 ਡਿਗਰੀ, ਪਾਈ ਰੇਡੀਅਨ 180 ਡਿਗਰੀ। ਹੁਣ ਅਸੀਂ ਪੜ੍ਹਿਆ ਪਾਈ ਰੇਡੀਅਨ 180 ਡਿਗਰੀ, 1 ਰੇਡੀਅਨ 180 ਬਟਾ ਪਾਈ ਦੀ ਵੈਲਿਊ 22/7 ਪੁੱਟ ਕਰਕੇ ਇੰਨਾ ਐਂਗਲ ਆ ਗਿਆ। ਯਾਨੀ ਕਿ 1 ਰੇਡੀਅਨ 57 ਡਿਗਰੀ 16 ਮਿੰਟ ਦੇ ਬਰਾਬਰ ਹੁੰਦਾ ਅਪਰੋਕਸੀਮੇਟਲੀ, ਯਾਨੀ ਕਿ 60 ਡਿਗਰੀ ਤੋਂ ਥੋੜ੍ਹਾ ਜਿਹਾ ਘੱਟ ਹੁੰਦਾ। ਸਿਮੀਲਰਲੀ 180 ਡਿਗਰੀ ਕਾਹਦੇ ਬਰਾਬਰ ਆ, ਪਾਈ ਰੇਡੀਅਨ ਦੇ, ਤਾਂ 1 ਡਿਗਰੀ ਪਾਈ ਬਟਾ 180, ਪਾਈ ਦੀ ਵੈਲਿਊ ਪੁੱਟ ਕਰ ਦਿਓ 22/7, ਇਹਨੂੰ ਥੋੜ੍ਹਾ ਸੋਲਵ ਕਰ ਲਓਗੇ ਤਾਂ ਇੰਨਾ ਆ ਗਿਆ। ਇਹ ਜਸਟ ਫਾਰ ਥੋੜ੍ਹੀ ਨੌਲੇਜ ਆ, ਜੇ ਕੋਈ ਬੱਚੇ ਨੂੰ ਜ਼ਿਆਦਾ ਮਤਲਬ ਹੈਗਾ ਵੀ ਮੈਂ ਨੌਲੇਜ ਰੱਖਣੀ ਆ ਉਹਦੇ ਲਈ ਆ ਬੱਚੇ, ਥੋੜ੍ਹਾ ਜਿਹਾ ਇਹ ਦੇਖਣ ਨੂੰ ਵੀ ਕਈ ਵਾਰ 1 ਨੰਬਰ ਆਪਾਂ ਨੂੰ ਤੁਹਾਨੂੰ ਪਤਾ ਹੋਵੇ। 1 ਰੇਡੀਅਨ ਯਾਨੀ ਕਿ 57 ਡਿਗਰੀ ਦੇ ਤੁਸੀਂ ਕਹਿ ਸਕਦੇ ਹੋ ਵੀ 16 ਮਿੰਟ ਦੇ ਬਰਾਬਰ ਹੁੰਦਾ। ਜੇ ਤੁਹਾਨੂੰ ਕਦੇ ਕੋਈ ਪੁੱਛੇ ਵੀ 60 ਡਿਗਰੀ ਹੁੰਦਾ, ਤੁਸੀਂ ਕਹਿ ਸਕਦੇ ਹੋ ਵੀ ਨਹੀਂ ਜੀ 60 ਡਿਗਰੀ ਤੋਂ ਥੋੜ੍ਹਾ ਜਿਹਾ ਘੱਟ ਹੁੰਦਾ। ਤਾਂ 180 ਡਿਗਰੀ ਪਾਈ ਰੇਡੀਅਨ ਦੇ, ਤਾਂ 1 ਜਿਹੜੀ ਡਿਗਰੀ ਆ ਉਹ 0.01746 ਰੇਡੀਅਨ ਦੇ ਬਰਾਬਰ ਹੁੰਦਾ। ਇਹ ਸਿਰਫ ਨੋਟ ਕਰਨੀ, ਯਾਦ ਰੱਖਣੀ ਆ ਬਸ ਗੱਲਾਂ। ਅੱਗੇ ਰਾਜੀ ਆਪਾਂ ਪੜ੍ਹਾਂਗੇ ਕਨਵਰਸ਼ਨ, ਜਿਹੜੇ ਤੁਹਾਨੂੰ ਕੁਐਸਚਨ ਆਉਣਗੇ ਡਿਗਰੀ ਟੂ ਰੇਡੀਅਨ ਕਿਵੇਂ ਜਾਣਾ ਜਾਂ ਰੇਡੀਅਨ ਟੂ ਡਿਗਰੀ ਕਿਵੇਂ ਜਾਣਾ। ਉਹਦੇ ਲਈ ਪਹਿਲਾਂ ਆਪਾਂ ਸਿੰਪਲ ਕਰਦੇ ਹਾਂ। ਦੇਖੋ ਰਾਜੇ 30 ਡਿਗਰੀ ਆ, 30 ਡਿਗਰੀ ਡਿਗਰੀ ਦੇ ਵਿੱਚ ਆ, ਰੇਡੀਅਨ ਕਿਵੇਂ ਬਣੂਗਾ। ਅੱਛਾ ਇਹਦਾ ਰੇਡੀਅਨ ਤੁਸੀਂ ਇਹ ਯਾਦ ਰੱਖਣੀ ਆ, ਪਾਈ ਬਟਾ 6 ਹੁੰਦਾ। ਹੁਣ ਪਾਈ ਤੁਹਾਨੂੰ ਮੈਂ ਕਿੰਨਾ ਦੱਸਿਆ 180 ਡਿਗਰੀ, 80 ਬਟਾ 180 ਬਟਾ 6 ਕਰ ਦਿਓ, ਕੱਟ ਕੇ ਕਿੰਨਾ ਆ ਗਿਆ 30 ਆ ਗਿਆ। 30 ਡਿਗਰੀ ਨੂੰ ਕਿਵੇਂ ਲਿਖਦੇ ਆ, ਪਾਈ ਬਟਾ 6। ਉਵੇਂ 45 ਡਿਗਰੀ ਨੂੰ ਕਿਵੇਂ ਲਿਖਾਂਗੇ, ਪਾਈ ਬਟਾ 4। ਪਾਈ 180 ਹੁੰਦਾ, 180 ਬਟਾ 4 ਕਰਕੇ ਦੇਖ ਲਓ 45 ਡਿਗਰੀ ਬਣ ਜੂਗਾ। 60 ਡਿਗਰੀ ਕਿੰਨਾ ਹੁੰਦਾ, ਪਾਈ ਬਟਾ 3। ਇਹ ਜਦੋਂ ਆਪਾਂ ਚੈਪਟਰ 5 ਦਾ ਇੱਕ ਟੌਪਿਕ ਮੈਂ ਛੱਡਿਆ ਹੋਇਆ ਪੋਲਰ ਫਾਰਮ, ਉਹਦੇ ਵਿੱਚ ਆਪਾਂ ਯੂਜ਼ ਕਰਾਂਗੇ। ਤਾਂ ਤੁਹਾਨੂੰ ਮੈਂ ਕਿਹਾ ਨੋਟੇਸ਼ਨਸ ਨਹੀਂ ਹੈਗੀਆਂ ਯਾਦ, ਤਾਂ ਫਿਰ ਮੈਂ ਸਕਿੱਪ ਛੱਡਤਾ ਸੀ, ਆਪਾਂ ਹੁਣ ਕਰ ਲਾਂਗੇ ਉਹ ਵਾਲਾ ਟੌਪਿਕ। 90 ਡਿਗਰੀ ਪਾਈ ਬਟਾ 2 ਹੋ ਜੂਗਾ, 180 ਬਟਾ 2। 180 ਡਿਗਰੀ ਪਾਈ ਹੋ ਗਿਆ, 270 ਡਿਗਰੀ 3 ਪਾਈ ਬਟਾ 2। ਜੇ ਤੁਹਾਨੂੰ ਨਹੀਂ ਪਤਾ ਲੱਗਦਾ ਮਤਲਬ ਫਟਾਫਟ ਪਾਈ ਨੂੰ 180 ਭਰ ਕੇ ਦੇਖ ਲਓ। ਠੀਕ ਆ। 360 ਕਿੰਨਾ ਹੁੰਦਾ, 2 ਪਾਈ।
ਤਾਂ ਹੁਣ ਕਨਵਰਸ਼ਨਸ ਕਿਵੇਂ ਹੋਣਗੀਆਂ। ਮੰਨ ਲਓ ਤੁਹਾਨੂੰ ਡਿਗਰੀ ਮੇਜਰ ਦਿੱਤਾ ਹੋਇਆ, ਮੰਨ ਲਓ 30 ਡਿਗਰੀ ਦਿੱਤਾ ਹੋਇਆ, ਤੁਸੀਂ ਇਹਨੂੰ ਕੀ ਬਣਾਉਣਾ ਤੇ ਰੇਡੀਅਨ ਬਣਾਉਣੇ ਆ। ਰੇਡੀਅਨ ਬਣਾਉਣੇ ਤਾਂ ਰਾਜੇ ਰੇਡੀਅਨ ਮੇਜਰ ਕਾਹਦੇ ਬਰਾਬਰ ਹੋਊਗਾ, ਡਿਗਰੀ ਮੇਜਰ ਇਨਟੂ ਪਾਈ ਵਟਾ 180 ਨਾਲ ਗੁਣਾ ਕਰ ਦਿਓ, ਪਾਈ ਵਟਾ 180 ਨਾਲ। ਇਹ ਕੈਂਸਲ ਹੋ ਗਿਆ, ਕਿੰਨਾ ਆ ਗਿਆ ਪਾਈ ਵਟਾ 6 ਰੇਡੀਅਨ। ਜੇ ਤੁਹਾਨੂੰ ਰੇਡੀਅਨ ਦਿੱਤਾ ਹੋਇਆ ਤੁਸੀਂ ਡਿਗਰੀ 'ਚ ਜਾਣਾ ਤਾਂ 180 ਵਟਾ ਪਾਈ ਨਾਲ ਗੁਣਾ ਕਰ ਦਿਓ। ਇਹ ਰਿਜ਼ਲਟ ਨੋਟ ਕਰਨੇ ਆ ਦੋਨੇ, ਠੀਕ ਆ। ਜੇ ਤੁਸੀਂ ਡਿਗਰੀ 'ਚ ਜਾਣਾ ਤਾਂ ਜਾਣੀ ਕਿ ਸਾਨੂੰ ਡਿਗਰੀ ਆ ਤਾਂ ਤੁਹਾਨੂੰ 180 ਦਿਖਦਾ ਤਾਂ ਤੁਸੀਂ 180 ਉੱਪਰ ਰੱਖਣਾ, ਥੱਲੇ ਪਾਈ ਰੱਖਣਾ। ਜੇ ਤੁਸੀਂ ਰੇਡੀਅਨ 'ਚ ਜਾਣਾ ਤਾਂ ਪਾਈ ਉੱਪਰ ਰੱਖਣੀ ਆ, 180 ਨੀਚੇ ਜਾਣਾ ਰੱਖਣਾ। ਐਕਸਰਸਾਈਜ਼ 3.1 ਦਾ ਪਹਿਲਾ ਕੁਐਸਚਨ, ਫਾਈਂਡ ਰੇਡੀਅਨ ਮੇਜਰ ਕੋਰਸਪੋਂਡਿੰਗ ਟੂ ਫੋਲੋਇੰਗ ਡਿਗਰੀ ਮੈਜ਼ਰ। 25 ਡਿਗਰੀ ਇੱਕ ਤਰ੍ਹਾਂ ਜੇ ਇਹੀ ਮੈਥਡ ਆ, 25 ਨੂੰ ਸਿੱਧਾ ਤੁਸੀਂ ਰੇਡੀਅਨ 'ਚ ਲੈ ਕੇ ਜਾਣਾ, ਪਾਈ ਵਟਾ 180 ਨਾਲ ਗੁਣਾ ਕਰ ਦਿਓ। ਇੱਕ ਤੁਸੀਂ ਜੇ ਤੁਹਾਨੂੰ ਨਹੀਂ ਆ ਰਹਿੰਦਾ ਪੇਪਰ 'ਚ, ਕਈ ਵਾਰ ਭੁੱਲ ਗਏ ਬੱਚਾ ਕਨਫਿਊਜ਼ ਹੋ ਗਿਆ, ਤੁਸੀਂ ਕੀ ਲਿਖੋਗੇ 180 ਡਿਗਰੀ ਕਿੰਨਾ ਹੁੰਦਾ ਪਾਈ ਰੇਡੀਅਨ, 1 ਡਿਗਰੀ ਪਾਈ ਵਟਾ 180, 25 ਡਿਗਰੀ ਕਿੰਨਾ ਹੋ ਗਿਆ 25 ਨਾਲ ਗੁਣਾ ਕਰ ਦਿਓ, 5 ਪਾਈ ਓਵਰ 36 ਰੇਡੀਅਨ ਬਣ ਗਿਆ। ਠੀਕ ਹੈ, ਗੱਲ ਕਲੀਅਰ ਆ। ਸਿੱਧਾ ਮਲਟੀਪਲਾਈ ਕਰ ਸਕਦੇ ਹੋ, ਠੀਕ ਆ। ਆਹ ਵਾਲਾ ਮੈਥਡ ਲਗਾਉਣਾ, ਇਹ ਵੀ ਲਗਾ ਸਕਦੇ ਹੋ ਵੀ 180 ਡਿਗਰੀ ਪਾਈ ਦੇ ਹੁੰਦਾ, 1 ਕਾਹਦੇ ਬਰਾਬਰ ਹੋ ਗਿਆ ਤਾਂ 25 ਡਿਗਰੀ ਕਾਹਦੇ ਬਰਾਬਰ ਹੋ ਜਾਊਗਾ। 40 ਡਿਗਰੀ 20 ਮਿੰਟ ਆ ਜਿਹੜਾ, ਅੱਗੇ ਇਹਨੂੰ ਆਪਾਂ ਥੋੜੀ ਬੁੱਕ ਦੀ ਐਗਜ਼ਾਮਪਲ ਆ, ਇਹਨੂੰ ਰਾਜੇ ਧਿਆਨ ਨਾਲ ਸੁਣਿਓ। 40 ਡਿਗਰੀ ਆ ਤੇ 20 ਮਿੰਟ ਆ, ਇਹਦੇ ਅਸੀਂ ਰੇਡੀਅਨ ਬਣਾਉਣੇ ਆ। 40 ਡਿਗਰੀ ਅਲੱਗ ਲਿਖ ਲਿਆ, 20 ਮਿੰਟ ਨੂੰ ਅਲੱਗ ਲਿਖ ਲਿਆ, ਠੀਕ ਆ। ਹੁਣ 1 ਡਿਗਰੀ ਦੇ ਵਿੱਚ ਕਿੰਨੇ ਮਿੰਟ ਹੁੰਦੇ ਆ 60, ਤਾਂ ਇਹਦਾ ਮਤਲਬ 1 ਮਿੰਟ ਦੇ ਵਿੱਚ ਕਿੰਨੀਆਂ ਡਿਗਰੀਜ਼ ਹੋਣਗੀਆਂ 1/60। ਤੁਸੀਂ ਜਿਹੜੇ ਆ 20 ਮਿੰਟ ਇਹਦੀਆਂ ਡਿਗਰੀਜ਼ ਬਣਾ ਲਓ 60 ਨਾਲ ਡਿਵਾਈਡ ਕਰਕੇ। ਇਹਨਾਂ ਤੋਂ ਜਿਵੇਂ ਆਪਾਂ ਮੀਟਰ ਟੂ ਸੈਂਟੀਮੀਟਰ ਜਾਣਾ ਜਾਂ ਫਿਰ ਸੈਂਟੀਮੀਟਰ ਟੂ ਮੀਟਰ ਜਾਣਾ, ਇਹਦਾ ਤੁਹਾਨੂੰ ਪਤਾ ਹੀ ਆ ਨਾ। ਜੇ ਰਾਜੇ ਅਸੀਂ ਵੱਡੀ ਇਕਾਈ ਵੱਲ ਜਾਂਦੇ ਹਾਂ ਤਾਂ ਅਸੀਂ ਡਿਵਾਈਡ ਕਰਦੇ ਹੁੰਦੇ ਹਾਂ, ਜੇ ਛੋਟੀ ਇਕਾਈ ਵੱਲ ਜਾਂਦੇ ਹੁੰਦੇ ਹਾਂ ਤਾਂ ਅਸੀਂ ਮਲਟੀਪਲਾਈ ਕਰਦੇ ਹੁੰਦੇ ਹਾਂ। ਹੁਣ ਇਹ 'ਚ ਡਿਗਰੀ ਵੱਡੀ ਆ, ਅਸੀਂ ਡਿਗਰੀ 'ਚ ਜਾਣਾ ਤਾਂ ਡਿਵਾਈਡ ਕਰਤਾ ਬਾਈ 60 ਨਾਲ, ਤਾਂ ਇਹਨੂੰ ਕੱਟ ਕੇ 1/3 ਆ ਗਿਆ। ਇਹ ਆ ਵੀ ਡਿਗਰੀ ਆ, ਹੁਣ ਇਹ ਵੀ ਡਿਗਰੀ ਬਣ ਗਿਆ। ਹੁਣ ਅਸੀਂ ਇਹਨੂੰ ਐਡ ਕਰ ਲਓ, ਐਡ ਕਰਕੇ 121/3 ਡਿਗਰੀ ਆ ਗਿਆ। ਹੁਣ ਇਹਨੂੰ ਮਲਟੀਪਲਾਈ ਕਾਹਦੇ ਨਾਲ ਕਰ ਦਿਓ, ਪਾਈ ਵਟਾ 180 ਨਾਲ, ਤਾਂ ਇਹ ਸਾਡੇ ਇੰਨੇ ਰੇਡੀਅਨ ਬਣ ਗਏ। ਅਗਲਾ ਜਿਹੜਾ ਕੁਐਸਚਨ ਆ, ਕਨਵਰਟ 6 ਰੇਡੀਅਨਸ ਇਨਟੂ ਡਿਗਰੀ ਮੇਜਰ। 6 ਰੇਡੀਅਨ ਆ ਰਾਜੇ, ਰੇਡੀਅਨ ਨੂੰ ਹੁਣ ਆਪਾਂ ਡਿਗਰੀ 'ਚ ਜਾਣਾ, ਡਿਗਰੀ ਆ ਤਾਂ 180 ਵਟਾ ਪਾਈ ਨਾਲ ਮਲਟੀਪਲਾਈ ਕਰ ਲਓ। ਪਾਈ ਦੀ ਵੈਲਿਊ ਪੁੱਟ ਕਰ ਦਿਓ 22/7, ਤਾਂ ਇਹ ਇੱਥੇ ਤੱਕ ਪਹੁੰਚ ਗਿਆ ਆਪਾਂ 3780/11 ਡਿਗਰੀਜ਼। ਇਹਨੂੰ ਹੁਣ ਤੁਸੀਂ ਡਿਵਾਈਡ ਕਰੋ, 3780 ਨੂੰ 11 ਨਾਲ ਡਿਵਾਈਡ ਕਰੋ। ਇਹ ਇੱਧਰ ਆਪਣੇ ਕੋਲ 343 ਵੱਜ ਜੂਗਾ, ਥੱਲੇ ਕੁਐਸਚਨ ਰਿਮਾਈਂਡਰ ਆਪਣੇ ਕੋਲ 7 ਵੱਜ ਜੂਗਾ। ਤਾਂ ਇਹਨੂੰ ਆਪਾਂ ਫਰੈਕਸ਼ਨ ਦੇ ਰੂਪ ਵਿੱਚ ਇੱਦਾਂ ਮਿਕਸਡ ਫਰੈਕਸ਼ਨ 'ਚ ਲਿਖ ਲਾਂਗੇ, 343 × 7/11। 343 ਡਿਗਰੀ ਨੂੰ ਅਲੱਗ ਲਿਖ ਲਓ, 7/11 ਡਿਗਰੀ ਨੂੰ ਅਲੱਗ ਲਿਖ ਲਓ। ਇਹ ਡਿਗਰੀ ਆ, ਇਹਦੇ ਫਿਰ ਆਪਾਂ ਕੀ ਬਣਾ ਦਿੰਦੇ ਆ, ਮਿੰਟ ਬਣਾ ਦਿੰਦੇ ਆ। 60 ਨਾਲ ਗੁਣਾ ਕਰ ਦਿਓ, ਇਹਦੇ ਮਿੰਟ ਬਣ ਗਏ। ਇਹ ਬਣ ਗਿਆ 420/11। ਜੇ ਅਸੀਂ ਡਿਗਰੀ 'ਚ ਆਉਣਾ ਫਿਰ ਮਿੰਟ ਸਕਿੰਟ ਸਾਰੇ ਬਣਾ ਦਿਓ। 420/11, 420 ਨੂੰ 11 ਨਾਲ ਫੇਰ ਡਿਵਾਈਡ ਕਰ ਦਿਓ, 11 × 33, ਠੀਕ ਆ। ਇੱਥੇ 90 ਆ ਗਿਆ, 11 8 88, ਹੁਣ 2 ਆ ਜੂਗਾ। ਇਹਨੂੰ ਲਿਖਾਂਗੇ ਆਪਾਂ 88 ਸਹੀ 2/11। 88 ਜਿਹੜੇ ਮਿੰਟ ਸੀ ਉਹ ਤਾਂ ਅਲੱਗ ਕੱਢ ਲਏ ਅਸੀਂ, 2/11 ਮਿੰਟ ਅਲੱਗ ਕੱਢ ਲਏ। 2/11 ਨੂੰ ਫਿਰ ਇਹਦੇ ਮਿੰਟ ਸਕਿੰਟ ਬਣਾ ਲਓ, 60 ਨਾਲ ਗੁਣਾ ਕਰਕੇ, ਹੁਣ ਇਹ ਸੈਕਿੰਡ ਬਣ ਗਏ। ਅਤੇ ਇਹਨੂੰ ਫੇਰ ਡਿਵਾਈਡ ਕਰ ਲਓ 120/11, ਇਹ ਬਣ ਜੂਗਾ 10.9 ਸੈਕਿੰਡ। ਤਾਂ ਐਂਡ 'ਤੇ ਲਿਖੋਗੇ 343 ਡਿਗਰੀ 38 ਮਿੰਟ 11 ਸਕਿੰਟ ਅਪਰੋਕਸੀਮੇਟਲੀ, ਠੀਕ ਆ। ਕਈ ਵਾਰ ਬੱਚੇ ਇੱਥੇ ਮਲਟੀਪਲਾਈ ਕਰ ਦਿੰਦੇ, ਇੱਥੇ ਡਿਵਾਈਡ ਕਰ ਦਿੰਦੇ, ਉਹ ਵੀ ਤੁਸੀਂ ਕਰ ਸਕਦੇ ਹੋ। ਤੁਹਾਨੂੰ ਸਮਝ ਲੱਗ ਗਿਆ, ਇੱਥੇ 7 ਆ ਗਿਆ, 7 ਨੂੰ ਸਿੱਧਾ 60 ਨਾਲ ਗੁਣਾ ਕੀਤਾ 420 ਆ ਗਿਆ, ਬੱਚੇ ਇੱਥੇ ਹੀ ਡਿਵਾਈਡ ਕਰ ਦਿੰਦੇ ਆ, ਠੀਕ ਆ। ਤਾਂ ਪਰ ਤੁਹਾਨੂੰ ਪਤਾ ਹੋਵੇ ਵੀ ਡਿਗਰੀ ਰੇਡੀਅਨ ਡਿਗਰੀ ਜਾਣਾ, ਤਾਂ ਡਿਗਰੀ ਦੇ ਵਿੱਚ 343 ਸੀ ਜਿਹੜਾ ਇਹ ਆਪਣਾ ਇੰਟੀਗਰਲ ਪਾਰਟ, ਇਹ ਅਸੀਂ ਅਲੱਗ ਕਰ ਲਿਆ। ਜਿਹੜਾ ਫਰੈਕਸ਼ਨ ਵਾਲਾ ਸੀ ਉਹਦੇ ਮਿੰਟ ਬਣਾ ਲਓ, ਉਹ ਜਿਹੜਾ ਮਿੰਟ ਬਣ ਗਿਆ ਉਹਦੇ ਵਿੱਚ ਫਿਰ ਡਿਵਾਈਡ ਕਰਕੇ ਅਲੱਗ ਕੱਢ ਲਓ। ਜਿਹੜਾ ਇੰਟੀਗਰਲ ਪਾਰਟ ਆ ਗਿਆ, ਜਿਹੜਾ ਦੂਜਾ ਫਰੈਕਸ਼ਨ ਵਾਲਾ ਉਹਦੇ ਸਕਿੰਟ ਬਣਾ ਲਓ, ਠੀਕ ਆ। ਜੇ ਤੁਹਾਨੂੰ ਇੱਦਾਂ ਦਾ ਕੁਐਸਚਨ ਆਉਂਦਾ ਤਾਂ ਤੁਸੀਂ ਐਕਸਰਸਾਈਜ਼ ਜਿਹੜੇ ਪਹਿਲੇ 2 ਜਿੰਨੇ ਵੀ ਕੁਐਸਚਨ ਹੋਏ ਉਹਨੂੰ ਕੰਪਲੀਟ ਕਰ ਲਿਓ। ਇਹ ਥੋੜਾ ਬੇਸ ਸੀਗਾ ਟ੍ਰਿਗਨੋਮੈਟਰੀ ਦਾ, ਪਹਿਲਾ ਆਪਣਾ ਫਸਟ ਲੈਕਚਰ ਸੀ, ਧਿਆਨ ਨਾਲ ਸਮਝ ਲਿਓ। ਜੇ ਕੋਈ ਵੀ ਪ੍ਰੋਬਲਮ ਹੋਈ ਰਾਜੇ ਪੁੱਛ ਲਿਓ।